आओ गुरु प्यारी साध संगत जीओ, आओ समय ਦਾ ਲਾਹਾ ਲਈਏ। ਸਾਰੇ ਸੰਗਤ ਰੂਪ ਦੇ ਵਿੱਚ ਰਲ ਮਿਲ ਕੇ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਓ ਆਪਾਂ ਜੋ ਵਿਚਾਰ ਕਰ ਰਹੇ ਸੀ, ਕਿਉਂਕਿ 2-3 ਰੋਜ਼ ਆਪਣੀ ਵਿਚਾਰ ਨਹੀਂ ਹੋ ਸਕੀ, ਜਿੱਥੋਂ ਆਪਾਂ ਵਿਚਾਰ ਆਰੰਭ ਕੀਤੀ ਸੀ ਆਪਾਂ ਵਿਚਾਰ ਖਤਮ ਕੀਤੀ ਸੀ ਉਸ ਦਿਨ। ਆਓ ਉਸ ਨੂੰ ਆਪਾਂ ਫਿਰ ਸਮਝੀਏ, ਵਿਚਾਰੀਏ ਤੇ ਅੱਗੇ ਚੱਲਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਸਮਝਾ ਰਹੇ ਸੀ, ਆਪਾਂ ਕੌੜੀ ਪੂਰਬੀ ਮਹੱਲਾ ਚੌਥਾ ਦੀ ਬਾਣੀ ਵਿਚਾਰ ਰਹੇ ਹਾਂ। ਸਤਿਗੁਰੂ ਜੀ ਸਮਝਾਉਂਦੇ ਸਨ ਆਪਣੇ ਮਨ ਨੂੰ, ਕਿਉਂਕਿ ਆਪਾਂ ਬਾਣੀ ਪੜ੍ਹ ਕੇ ਆਪਣੇ ਮਨ ਨੂੰ ਸਮਝਾਉਣਾ ਹੈ। ਬਾਣੀ ਆਪਾਂ ਆਪਣੇ ਮਨ ਵਾਸਤੇ ਪੜ੍ਹਦੇ ਹਾਂ, ਅਤੇ ਜਿੰਨਾ ਗੁਰਸਿੱਖਾਂ ਨੇ, ਗੁਰੂ ਸਾਹਿਬਾਨਾਂ ਨੇ ਵੀ ਬਾਣੀ ਆਪਣੇ ਆਪ ਵਾਸਤੇ ਵਿਚਾਰੀ ਹੈ, ਆਪਣੇ ਮਨ ਨੂੰ ਉਪਦੇਸ਼ ਹੈ। ਮੇਰੇ ਮਨ ਨਾਮ ਬਿਨਾ ਜੋ ਦੂਜਾ ਲਾਗੇ, ਤੇ ਸਾਖਤ ਨਰ ਜਮ ਕੁਟੀਐ। ਵੀ ਨਾਮ ਤੋਂ ਬਿਨਾਂ ਜਿਹੜੇ ਦੂਜੇ ਦੇ ਨਾਲ ਜੁੜੇ ਨੇ ਉਹ ਜੀਵ ਜਮਾਂ ਦੇ ਵਸ ਨੇ, ਉਹ ਸਾਖਤ ਨੇ, ਮੂਰਖ ਨੇ। ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਪਿਟੀਐ। ਵੀ ਉਹ ਸਾਖਤ ਨੇ, ਉਹ ਚੋਰ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਹੈ। ਐਸੇ ਜੀਵਾਂ ਦੇ ਆਪਾਂ ਸੰਗ ਨਹੀਂ ਕਰਨਾ, ਐਸੇ ਜੀਵਾਂ ਦੇ ਨੇੜੇ ਨਹੀਂ ਜਾਣਾ। ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜਿਤ ਸੇਵੈ ਲੇਖਾ ਛੁਟੀਐ। ਅਤੇ ਅਸੀਂ ਕੀ ਕਰਨਾ? ਮਨ ਨੇ ਸਾਡੇ ਨੇ, ਅਸੀਂ ਉਸ ਪ੍ਰਭੂ ਨੂੰ ਜੋ ਅਲਖ ਹੈ, ਜੋ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ ਪਰਮੇਸ਼ਰ, ਉਸ ਦੀ ਸੇਵਾ ਕਰਨੀ ਹੈ। ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਅਤੇ ਆਪਾਂ ਉਸ ਦੀ ਸੇਵਾ ਕਰਨੀ ਹੈ ਜਿਹਦੇ ਨਾਲ ਸਾਡਾ ਲੇਖਾ ਖਤਮ ਹੋਣਾ ਹੈ। ਜਨ ਨਾਨਕ ਹਰਿ ਪ੍ਰਭੁ ਪੂਰੇ ਕੀਏ, ਖਿਨ ਮਾਸਾ ਤੋਲ ਨਾ ਘਟੀਏ। ਜਦੋਂ ਅਸੀਂ ਉਸ ਪ੍ਰਭੂ ਦੀ ਸੇਵਾ ਕਰਦੇ ਹਾਂ, ਆਪ ਸਾਨੂੰ ਛਡਾ ਲੈਂਦਾ ਹੈ, ਆਪ ਮੁਕਤ ਕਰ ਦਿੰਦਾ ਹੈ, ਪੂਰੇ ਕਰ ਦਿੰਦਾ ਹੈ। ਫਿਰ ਕਿਸੇ ਦਾ ਘਟਾਇਆ ਇੱਕ ਖਿਨ ਤੋਲਾ ਮਾਸਾ, ਜਿਵੇਂ ਸੋਨੇ ਦੇ ਵਿੱਚੋਂ ਇਹ ਛੋਟੇ ਛੋਟੇ ਹਿੱਸੇ ਘਟਾਏ ਜਾ ਸਕਦੇ ਨੇ, ਕਢਾਉਂਦੇ ਨੇ ਸੁਨਿਆਰ। ਪਰ ਇੱਥੇ ਆਪਣੇ ਮਨ ਦੀ ਅਵਸਥਾ ਜਦੋਂ ਪ੍ਰਭੂ ਪੂਰਾ ਕਰ ਦਿੰਦਾ ਹੈ, ਫਿਰ ਕਿਸੇ ਦਾ ਘਟਾਇਆ ਨਹੀਂ ਕਰਦਾ। ਇਹ ਤੱਕ ਹਮ ਵਿਚਾਰ ਕੀਤੀ ਸੀ ਉਸ ਦਿਨ। ਆਓ ਆਪਾਂ ਅੱਗੇ ਵਿਚਾਰ ਸ਼ੁਰੂ ਕਰਦੇ ਹਾਂ। ਅਗਲਾ ਸ਼ਬਦ ਗੌੜੀ ਪੂਰਬੀ ਮਹੱਲਾ ਚੌਥਾ। ਆਓ ਆਪਾਂ ਪਹਿਲਾਂ ਰਾਹੋ ਪੰਕਤੀਆਂ ਨੂੰ ਵਿਚਾਰ ਲਈਏ। ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ। ਵੀ ਸਾਡੇ ਮਨ ਨੂੰ ਲੋਚਾ ਲੱਗੀ, ਮੇਰੇ ਮਨ ਨੂੰ ਲੋਚਾ ਲੱਗੀ ਹੈ ਹਰੀ ਨੂੰ ਮਿਲਣ ਦੀ। ਅਤੇ ਜਦੋਂ ਲੋਚਾ ਲੱਗੀ, ਫਿਰ ਕੀ? ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ। ਵੀ ਗੁਰ ਕਿਰਪਾਲ ਹੈ, ਕਿਰਪਾਲੂ ਹੈ, ਉਹ ਕਿਰਪਾ ਕਰਦਾ ਹੈ। ਹਰ ਮਿਲਿਆ ਆਏ ਪ੍ਰਭ ਮੇਰੀ। ਵੀ ਜਦੋਂ ਗੁਰ ਲੈ ਕੇ ਕਮਾਉਂਦੇ ਹਾਂ, ਮਿਲਣ ਦੀ ਲੋਚਾ ਲੱਗਦੀ ਹੈ, ਹਰੀ ਦਾ ਗੁਰ ਲੈ ਕੇ ਅਸੀਂ ਕਮਾਉਂਦੇ ਹਾਂ, ਗੁਰ ਕਿਰਪਾ ਕਰ ਦਿੰਦਾ ਹੈ। ਜਿਵੇਂ ਇੱਥੇ ਸਮਝਾ ਰਹੇ ਨੇ ਵੀ ਮੇਰੇ 'ਤੇ ਜਦੋਂ ਮੈਂ ਗੁਰ ਲੈ ਕੇ ਕਮਾਇਆ ਅਤੇ ਗੁਰ ਨੇ ਮੇਰੇ 'ਤੇ ਕਿਰਪਾ ਕੀਤੀ, ਅਤੇ ਹਰੀ
ਨਾਲ ਮਿਲਾਪ ਹੋ ਗਿਆ। ਹਰੀ ਆ ਕੇ ਮੈਨੂੰ ਆਪ ਮਿਲਿਆ ਗੁਰ ਦੀ ਕਿਰਪਾ ਦੇ ਨਾਲ। ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ। ਆਪ ਪ੍ਰਭੂ, ਕਿਉਂਕਿ ਪਰਮੇਸ਼ਰ ਨੇ ਇੱਕ ਵਿਧ ਬਣਾਈ ਹੈ। ਪਹਿਲਾਂ ਅਸੀਂ ਗੁਰ ਲੈਣਾ ਹੈ, ਗੁਰ ਨੂੰ ਸੁਣ ਕੇ ਮੰਨਣਾ ਹੈ, ਗੁਰ ਦੀ ਸੇਵਾ ਕਰਨੀ ਹੈ, ਅਤੇ ਗੁਰ ਹੀ ਸਾਨੂੰ ਪ੍ਰਭੂ ਦੇ ਨਾਲ ਮਿਲਾਉਂਦਾ ਹੈ। ਕਿਉਂਕਿ ਪ੍ਰਭੂ ਆਪ ਖੁਸ਼ ਹੁੰਦਾ ਹੈ ਜਦੋਂ ਅਸੀਂ ਗੁਰ ਨੂੰ ਕਮਾਉਂਦੇ ਹਾਂ, ਆਪ ਆ ਕੇ ਪ੍ਰਗਟ ਹੁੰਦਾ ਹੈ। ਇੱਥੇ ਵੀ ਸਾਨੂੰ ਇਹ ਸਮਝਾਇਆ ਵੀ ਗੁਰ ਨੇ ਕਿਰਪਾ ਕੀਤੀ ਅਤੇ ਮੇਰਾ ਪ੍ਰਭੂ ਆ ਕੇ ਮੈਨੂੰ ਮਿਲਾਪ ਹੋਇਆ, ਮੈਨੂੰ ਮਿਲਿਆ। ਆਓ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਹਮਰੇ ਪ੍ਰਾਣ ਬਸਗਤ ਪ੍ਰਭ ਤੁਮਰੈ, ਮੇਰਾ ਜੀਓ ਪਿੰਡ ਸਭ ਤੇਰੀ। ਵੀ ਮੇਰੇ ਪ੍ਰਾਣ ਨੇ ਉਹ ਤੇਰੇ ਬਸ ਨੇ, ਕਿਉਂਕਿ ਪ੍ਰਾਣਾਂ ਦਾ ਮਾਲਕ ਆਪ ਹੈ। ਅਤੇ ਜਿਹੜਾ ਮੇਰਾ ਮਨ ਹੈ ਅਤੇ ਮੇਰਾ ਤਨ ਹੈ, ਸਰੀਰ ਹੈ, ਇਹ ਪ੍ਰਭੂ ਇਹ ਸਭ ਤੇਰਾ ਹੈ ਅਤੇ ਮੇਰੇ ਪ੍ਰਾਣ ਵੀ ਤੇਰੇ ਬਸ ਨੇ। ਦਇਆ ਕਰੋ ਹਰ ਦਰਸ ਦਿਖਾਵੋ, ਮੇਰੇ ਮਨ ਤਨ ਲੋਚ ਕਨੇਰੀ। ਪਰ ਉਹ ਪ੍ਰਭੂ ਜਿਸ ਨੇ ਸਾਨੂੰ ਇਹ ਤਨ ਵੀ ਦਿੱਤਾ, ਮਨ ਵੀ ਦਿੱਤਾ, ਸਵਾਸ ਵੀ ਦੇ ਕੇ ਪਾਲ ਰਿਹਾ ਹੈ, ਆਪਾਂ ਨੂੰ ਇਹ ਪਤਾ ਤਾਂ ਹੈ ਕਿ ਉਸ ਦਾ ਦਿੱਤਾ ਹੈ। ਪਰ ਜਦੋਂ ਸਾਡੇ ਅੰਦਰ ਫਿਰ ਲੋਚਾ ਲੱਗਦੀ ਹੈ, ਫਿਰ ਬੇਨਤੀ ਕਰਦੇ ਹਾਂ ਕਿ ਦਇਆ ਕਰੋ, ਹਰ ਦਰਸ ਦਿਖਾਓ, ਸਾਨੂੰ ਵੀ ਆਪਣੇ ਦਰਸ਼ਨ ਦਿਓ। ਮੇਰੇ ਮਨ ਤਨ ਲੋਚ ਕਨੇਰੀ। ਬਹੁਤ ਜ਼ਿਆਦਾ ਮੇਰੇ ਅੰਦਰ ਲੋਚਾ ਹੈ ਦਰਸ਼ਨਾਂ ਦੀ। ਕਿਸ ਦੇ ਦਰਸ਼ਨਾਂ ਦੀ? ਕਿਸੇ ਸੰਸਾਰੀ ਦੇ ਨਹੀਂ, ਜਿਹਦੇ ਪਾਸ ਵੀ ਸਾਡੇ ਪ੍ਰਾਣ ਨੇ, ਜੋ ਪ੍ਰਾਣਪਤ ਹੈ, ਅਤੇ ਜਿਹਨੇ ਸਾਨੂੰ ਪਿੰਡ ਤਨ ਦਿੱਤਾ ਹੈ, ਮਨ ਜੋਤ ਰੱਖੀ ਵਿੱਚ ਤਨ ਦਿੱਤਾ, ਜੋ ਸਾਰਾ ਕੁਛ ਉਸਨੇ ਦਿੱਤਾ ਹੈ ਪ੍ਰਭੂ ਨੇ, ਉਸ ਨੂੰ ਮਿਲਣ ਦੀ ਘਨੇਰੀ ਲੋਚਾ ਹੈ ਅਤੇ ਉਸ ਦੇ ਦਰਸ਼ਨਾਂ ਦੀ ਲੋਚਾ ਹੈ ਬਹੁਤ ਜ਼ਿਆਦਾ ਮਨ ਨੂੰ। ਅਤੇ ਫਿਰ ਜਦੋਂ ਇੰਨੀ ਲੋਚਾ ਲੱਗਦੀ ਹੈ, ਫਿਰ ਗੁਰ ਕਿਰਪਾ ਕਰਦਾ ਹੈ। ਇਸ ਸ਼ਬਦ ਦੇ ਵਿੱਚ ਇਹੀ ਸਮਝਾਉਂਦੇ ਨੇ, ਜੋ ਹਮਰੇ ਮਨ ਚਿੱਤ ਹੈ ਸੁਆਮੀ, ਸਾਬਿਦ ਹਰ ਤੁਮ ਹਰ ਜਾਨੋ ਮੇਰੀ। ਕਿਉਂਕਿ ਆਪਣੇ ਮਨ ਦੇ ਵਿੱਚ, ਚਿੱਤ ਦੇ ਵਿੱਚ ਕੀ ਹੈ, ਆਪਾਂ ਚਾਹੇ ਮੁੱਖੋਂ ਕੁਛ ਵੀ ਕਹੀ ਜਾਈਏ, ਗੱਲਾਂ ਦੇ ਨਾਲ ਕੁਛ ਵੀ ਕਹੀ ਜਾਈਏ, ਕਿਉਂਕਿ ਪ੍ਰਭੂ ਨੂੰ ਸਾਡੀਆਂ ਗੱਲਾਂ 'ਤੇ ਨਹੀਂ, ਜੋ ਸਾਡੇ ਚਿੱਤ ਦੇ ਵਿੱਚ ਹੈ, ਕਹਿਣ ਨਾਲ ਨਹੀਂ, ਜੋ ਸਾਡੇ ਅੰਦਰ ਹੈ, ਉਸ ਨੂੰ ਉਹ ਜਾਣਦਾ ਹੈ, ਫਲ ਉਸ ਨੂੰ ਲੱਗਦਾ ਹੈ। ਜਿਵੇਂ ਆਪਾਂ ਦੇਖਦੇ ਹਾਂ, ਬਾਹਰ ਪਿਆ ਦਾਣਾ ਨਹੀਂ ਜੰਮਦਾ, ਧਰਤੀ 'ਚ ਮਿੱਟੀ 'ਚ ਦੱਬਿਆ ਜੰਮਦਾ ਹੈ। ਬੂਟਾ ਉੱਤੇ ਪਿਆ ਸੁੱਕ ਜਾਂਦਾ, ਮਿੱਟੀ 'ਚ ਦੱਬਿਆ ਹਰਾ ਹੋ ਜਾਂਦਾ ਹੈ, ਜੜ੍ਹਾਂ ਦੱਬੀਆਂ ਹੋਈਆਂ। ਅਤੇ ਇੱਦਾਂ ਹੀ ਜੋ ਸਾਡੇ ਅੰਦਰ ਹੈ ਉਹ ਉਗਦਾ ਹੈ। ਬਾਹਰ ਜਿਹੜਾ ਹੈ, ਜਿਸ ਨੂੰ ਆਪਾਂ ਗੱਲਾਂ ਬਾਤਾਂ, ਇਸ ਨੂੰ ਮਹਾਰਾਜ ਕਹਿੰਦੇ ਤਪਾਉਣ ਦੇ ਵਿੱਚ ਗੱਲਾਂ ਨੇ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਬਾਓ। ਬੀਜੈ ਬਿਖ ਮੰਗਾ ਅੰਮ੍ਰਿਤ, ਵੇਖੋ ਇਹੋ ਨਿਆਓ। ਅਤੇ ਅੰਦਰ ਕੁਛ ਹੋਰ ਹੈ, ਬਾਹਰੋਂ ਜੇ ਅਸੀਂ ਕੁਛ ਹੋਰ ਕਰੀ ਜਾਈਏ, ਕਿਉਂਕਿ ਉਗਣਾ ਕਿਸ ਨੇ ਹੈ, ਜੋ ਸਾਡੇ ਮਨ ਵਿੱਚ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਵੀ ਜਿਹੜੀ ਸਾਡੇ ਮਨ ਚਿੱਤ ਵਿੱਚ ਹੈ, ਉਹ ਪ੍ਰਭੂ ਜਾਣਦਾ ਹੈ ਸਾਰਿਆਂ ਦੀ। ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਸ ਨੂੰ ਚੰਗੇ ਮਾੜੇ ਦੀ ਪਹਿਚਾਣ ਹੈ, ਉਹ ਜਾਣਦਾ ਹੈ। ਜੋ ਸਾਡੇ ਮਨ ਵਿੱਚ ਅਸੀਂ ਵਿਚਾਰ ਲੈਂਦੇ, ਉਹ ਜਾਣਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਜੋ ਹਮਰਾ ਮਨ ਚਿੱਤ ਹੈ ਸੁਆਮੀ। ਹੇ ਪ੍ਰਭੂ, ਹੇ ਸੁਆਮੀ, ਮੇਰੇ ਸੁਆਮੀ, ਜੋ ਮੇਰੇ ਮਨ ਵਿੱਚ ਹੈ, ਚਿੱਤ ਵਿੱਚ ਹੈ, ਸਾਬਿਦ ਤੁਮ ਹਰ ਜਾਨੋ ਮੇਰੀ। ਉਹ ਵੀ ਤੁਸੀਂ ਜਾਣਦੇ ਹੋ ਮੇਰੀ। ਅਤੇ ਉਹ ਆਪਾਂ ਪਹਿਲਾਂ ਹੀ ਸਮਝਾਏ ਕਿ ਕੀ ਹੈ ਮਨ ਦੇ ਵਿੱਚ, ਕਿ ਹਰੀ ਦੇ ਦਰਸ਼ਨਾਂ ਦੀ ਬਹੁਤ ਲੋਚਾ ਹੈ, ਘਨੇਰੀ ਲੋਚਾ ਹੈ। ਅਣਦਿਨ ਨਾਮ ਜਪੀ ਸੁਖ ਪਾਈ, ਨਿਤ ਜੀਵਾਂ ਆਸ ਹਰ ਤੇਰੀ। ਤੇ ਦਰਸ਼ਨ ਦੇਵੋ, ਤੇ ਅਸੀਂ ਅਣਦਿਨ ਹਰ ਰੋਜ਼ ਤੇਰਾ ਨਾਮ ਜਪੀਏ, ਸੁਖ ਪ੍ਰਾਪਤ ਹੋਵੇ। ਤੇ ਇਹ ਸਾਡੀ ਆਸਾ ਹੈ, ਕੋਈ ਸੰਸਾਰੀ ਆਸ਼ਾਵਾਂ ਨਹੀਂ ਹਨ। ਕੀ ਆਸ ਹੈ ਕਿ ਅਣਦਿਨ ਤੇਰਾ ਹੀ ਨਾਮ ਜਪੀਏ।
ਕਿਉਂਕਿ ਤੇਰੇ ਨਾਮ ਦੇ ਵਿੱਚ ਹੀ ਸੁੱਖ ਹੈ। ਇਹ ਮੇਰੀ ਆਸਾ ਹੈ, ਇਹ ਮੇਰੀ ਆਸਾ ਪੂਰੀ ਕਰੋ। ਗੁਰ ਸਤਿਗੁਰ ਦਾਤਾ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਫਿਰ ਪ੍ਰਭੂ ਕਿਰਪਾ ਕਰਦਾ ਆਪਣੇ ਜਨਾਂ ਦੁਆਰਾ, ਦਾਤਾ ਹੈ ਆਪ ਹੈ ਸਤਿਗੁਰ, ਉਹ ਆਪਣੇ ਜਨਾਂ ਦੁਆਰਾ ਫਿਰ ਗੁਰ ਦਿੰਦਾ ਹੈ। ਤੇ ਉਹ ਫਿਰ ਸਾਨੂੰ ਰਸਤਾ ਦੱਸਦਾ ਹੈ ਵੀ ਆਹ ਰਸਤਾ ਹੈ, ਆਹ ਤਰੀਕਾ ਹੈ ਇੱਥੇ ਜਾਣ ਦਾ, ਜਿਹਦੇ ਨਾਲ ਫਿਰ ਪ੍ਰਭੂ ਆ ਕੇ ਪ੍ਰਗਟ ਹੋ ਜਾਂਦਾ ਹੈ। ਗੁਰ ਸਤਿਗੁਰ ਦਾਤਾ ਪੰਥ ਬਤਾਇਆ, ਰਸਤਾ ਦੱਸ ਦਿੱਤਾ, ਮਾਰਗ ਦੱਸ ਦਿੱਤਾ। ਹਰ ਮਿਲਿਆ ਆਏ ਪ੍ਰਭ ਮੇਰੀ। ਤੇ ਜਿੱਥੇ ਜਦੋਂ ਅਸੀਂ ਗਏ ਉਹ ਰਸਤੇ ਤੇ ਚੱਲੇ ਤੇ ਅੱਗੇ ਕੌਣ ਪ੍ਰਗਟ ਹੈ? ਚੌਥੇ ਪਦ ਵਿੱਚ ਜਦੋਂ ਧਿਆਨ ਗਿਆ ਤੇ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਉੱਥੇ ਗੁਰਸਿੱਖ ਦੱਸਦੇ ਨੇ ਵੀ ਇੱਦਾਂ ਜਦੋਂ ਉਸ ਦਾਤੇ ਨੇ ਸਾਨੂੰ ਉਹ ਰਸਤਾ ਦੱਸਿਆ ਤੇ ਅਸੀਂ ਜਾ ਕੇ ਮਿਲੇ ਤੇ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ, ਜਿਸ ਨੂੰ ਮਿਲਣਾ ਚਾਹੁੰਦੇ ਸੀ, ਜੋ ਪ੍ਰਾਣਪਤ ਦਾਤਾ ਹੈ, ਜਿਹਦੇ ਵਸ ਦੇ ਵਿੱਚ ਸਾਡੇ ਪ੍ਰਾਣ ਨੇ, ਜਿਹਨੇ ਸਾਨੂੰ ਪਿੰਡ ਦਿੱਤਾ ਹੈ, ਇਸ ਸਰੀਰ ਦੇ ਵਿੱਚ ਜੋਤ ਰੱਖੀ ਹੈ, ਫਿਰ ਆਪਾਂ ਸੰਸਾਰ ਦੇ ਵਿੱਚ ਆਏ ਹਾਂ। ਅਨ ਦਿਨ ਆਨੰਦ ਪਿਆ ਬੜ ਭਾਗੀ, ਸਭ ਆਸ ਪੁੱਜੀ ਜਨ ਕੇਰੀ। ਤੇ ਫਿਰ ਕਹਿੰਦੇ ਜਦੋਂ ਮਿਲ ਜਾਂਦਾ ਹੈ, ਆਪਾਂ ਚੌਥੇ ਪਦ ਵਿੱਚ ਵਸਦੇ ਹਾਂ, ਉੱਥੇ ਜਾ ਕੇ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਫਿਰ ਅਨਦਿਨ ਹਰ ਰੋਜ਼ ਆਨੰਦ ਪ੍ਰਾਪਤ ਰਹਿੰਦਾ ਹੈ, ਬੜ ਭਾਗੀ ਬਣ ਜਾਂਦਾ ਹੈ ਜੀਵ, ਜਿਵੇਂ ਇੱਥੇ ਗੁਰਸਿੱਖ ਬਣੇ। ਸਭ ਆਸ ਪੂਜੀ ਜਨ ਖੇਰੀ, ਫਿਰ ਆਪਣੇ ਜਨਾਂ ਦੀ ਜੋ ਉਸਨੂੰ ਜਿਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੀ ਆਸ ਜਿਹੜੀ ਸੀ, ਦਰਸ਼ਨ ਦੀ ਲੋਚਲ ਸੀ, ਪੂਰੀ ਹੋ ਜਾਂਦੀ ਹੈ। ਕਿਉਂਕਿ ਆਸ਼ਾ ਹੀ ਇੱਕ ਸੀ ਕਿ ਦਰਸ਼ ਦਿਖਾਵੋ ਤੇਰੇ, ਗੁਣ ਗਾਈਏ ਤੇਰੇ ਨਾਮ ਨੂੰ ਜਪੀਏ। ਜਗਨਾਥ ਜਗਦੀਸ਼ਰ ਕਰਤੇ, ਸਭ ਬਸਗਤ ਹੈ ਹਰ ਕੇਰੀ। ਉਹ ਸੰਸਾਰ ਨੂੰ ਦਾ ਮਾਲਕ ਹੈ, ਸੰਸਾਰ ਨੂੰ ਪਾਲਣਹਾਰ ਹੈ, ਸੰਸਾਰ ਨੂੰ ਕਰਨ ਵਾਲਾ ਹੈ, ਉਹ ਕਰਤਾ ਪੁਰਖ ਹੈ, ਸਭ ਉਹਦੇ ਹੀ ਵਸ ਦੇ ਵਿੱਚ ਹੈ। ਸਭ ਬਸਗਤ ਹੈ ਹਰ ਕੇਰੀ, ਉਸਦੇ ਆਪਣੇ ਵਸ ਵਿੱਚ ਹੈ। ਜਦੋਂ ਚਾਹੁੰਦਾ ਹੈ ਆਪਣੇ ਬਲ ਨੂੰ ਪ੍ਰੇਰ ਲੈਂਦਾ ਹੈ, ਸਾਡੇ ਅੰਦਰ ਲੋਚਾ ਪੈਦਾ ਕਰ ਦਿੰਦਾ ਹੈ, ਤੇ ਫਿਰ ਗਿਆਨ ਦੇ ਕੇ ਸਾਨੂੰ ਗੁਰ ਮਨਾ ਲੈਂਦਾ ਹੈ, ਗੁਰਪੰਥ ਤੇ ਰਸਤੇ ਤੇ ਚਲਾ ਲੈਂਦਾ ਹੈ, ਤੇ ਚੌਥੇ ਪਦ ਵਿੱਚ ਪ੍ਰਗਟ ਹੁੰਦਾ ਹੈ। ਕਿਉਂਕਿ ਚੌਥੇ ਪਦ ਵਿੱਚ ਉਹ ਪ੍ਰਗਟ ਹੈ। ਅਸੀਂ ਤ੍ਰੈ ਗੁਣਾਂ ਦੇ ਵਿੱਚ ਸੁੱਤੇ ਹਾਂ। ਜਿੰਨੀ ਦੇਰ ਸੁੱਤਾ ਹੈ ਜੀਵ, ਉਸ ਨੂੰ ਕੋਈ ਨਹੀਂ ਦਿਸਦਾ, ਚਾਹੇ ਸਾਹਮਣੇ ਖੜਾ ਹੋਵੇ। ਜਦੋਂ ਸਾਡਾ ਭਰਮ ਖਤਮ ਹੋ ਜਾਂਦਾ ਹੈ, ਮਨ ਜਾਗ ਪੈਂਦਾ ਹੈ ਚੌਥੇ ਪਦ ਵਿੱਚ, ਉੱਥੇ ਫਿਰ ਹਰ ਪਾਸੇ ਉਹੀ ਦਿਸਦਾ ਹੈ। ਜਨ ਨਾਨਕ ਸਰਨਾਗਤ ਆਏ, ਹਰ ਰਾਖੋ ਪੈ ਜਨ ਕੇਰੀ। ਜਦੋਂ ਅਸੀਂ ਉਹਦੇ ਜਨ ਜੋ ਵੀ ਜਾਂਦਾ ਹੈ, ਜਿਵੇਂ ਇੱਥੇ ਗੁਰਸਿੱਖ ਗਏ, ਗੁਰ ਦਾ ਗਿਆਨ ਲੈ ਕੇ ਮਾਰਗ ਤੇ ਚੱਲੇ, ਤੇ ਫਿਰ ਆਪ ਹਰੀ ਸਾਡੀ ਲਾਜ ਰੱਖਦਾ ਹੈ। ਜਨ ਨਾਨਕ ਸਰਨਾਗਤ ਆਏ, ਕਿਹਦੀ ਸ਼ਰਨ 'ਚ ਗਏ? ਹਰੀ ਦੀ। ਕਿਹਦੇ ਦੁਆਰਾ? ਉਹਦੇ ਜਨਾਂ ਦੁਆਰਾ। ਹਰ ਰਾਖੋ ਪੈ ਜਨ ਕੇਰੀ, ਫਿਰ ਹਰੀ ਆਪ ਆਪਣੇ ਜਨਾਂ ਦੀ ਪੈਜ ਰੱਖਦਾ ਹੈ। ਅਗਲਾ ਸ਼ਬਦ ਗੌੜੀ ਪੂਰਵੀ ਮਹੱਲਾ ਚੌਥਾ। ਔਰ ਰਹਾਉ ਪੰਕਤੀ ਇੱਕ ਹੀ ਪੰਕਤੀ ਹੈ ਰਹਾਉ ਦੀ, ਇਸ ਦੇ ਵਿੱਚ ਰਾਮ ਹਮ ਸਤਿਗੁਰ ਲਾਲੇ ਕਾਂਢੇ। ਵੀ ਸਤਿਗੁਰ ਨੇ ਸਾਨੂੰ ਡੁੱਬਦਿਆਂ ਨੂੰ ਕੰਢੇ ਲਾ ਲਿਆ, ਭਾਵ ਸਾਨੂੰ ਕੱਢ ਲਿਆ ਇਸ ਭਵ ਸਾਗਰ ਦੇ ਵਿੱਚੋਂ, ਜਿੱਥੇ ਮਨ ਡੁੱਬ ਰਿਹਾ ਸੀ, ਗੋਤੇ ਖਾ ਰਿਹਾ ਸੀ। ਇਹ ਮਨੁਆ ਖਿਨ ਨਾ ਟਿਕੇ ਬਹੁਰੰਗੀ। ਸ਼ਬਦ ਸ਼ੁਰੂ ਕਰਦੇ ਹਾਂ। ਇਹ ਮਨੁਆ ਖਿਨ ਨਾ ਟਿਕੇ ਬਹੁਰੰਗੀ, ਦਹ ਦਹ ਦਿਸ ਚਲ ਚਲ ਹਾਡੇ।
ਵੀ ਇਹਨੂੰ ਟਿਕਦਾ ਨਹੀਂ ਸੀ ਪਹਿਲਾਂ। ਇਹ ਸੰਸਾਰਿਕ ਰੰਗਾਂ ਦੇ ਵਿੱਚ ਕਦੇ ਉੱਧਰ ਨੂੰ ਦੌੜ ਜਾਂਦਾ ਸੀ, ਕਦੇ ਇੱਧਰ ਨੂੰ ਗੋਤੇ ਖਾਂਦਾ ਸੀ। ਜਿਵੇਂ ਪਾਣੀ ਦੇ ਵਿੱਚ ਕੋਈ ਚੀਜ਼ ਹੈ, ਕਦੇ ਉਸ ਪਾਸੇ ਚਲੇ ਜਾਂਦੀ, ਇੱਧਰੋਂ ਹਵਾ ਆਈ, ਗੋਤੇ ਖਾਂਦੀ, ਦੂਜੇ ਪਾਸੇ ਚਲੇ ਗਈ, ਉੱਧਰੋਂ ਹਵਾ ਆਈ ਅਤੇ ਗੋਤੇ ਖਾਂਦੀ। ਇੱਦਾਂ ਸਾਡਾ ਮਨ ਵੀ ਇਹ ਸੰਸਾਰ ਸਾਗਰ ਦੇ ਵਿੱਚ ਗੋਤੇ ਖਾਂਦਾ ਹੈ। ਕਦੇ ਸੱਜੇ ਚਲੇ ਜਾਂਦਾ ਹੈ ਬੈਰ ਵਿਰੋਧ ਦੇ ਵਿੱਚ, ਕਦੇ ਖੱਬੇ ਚਲੇ ਜਾਂਦਾ ਹੈ ਚਿੰਤਾਵਾਂ ਦੇ ਵਿੱਚ, ਕਦੇ ਵਿਚਾਲੇ ਆ ਜਾਂਦਾ ਹੈ ਸਤੋਗੁਣ ਤੇ ਪੁੰਨ ਦਾਨ ਜਤ ਸਤ ਤੱਕ ਸੀਮਤ ਹੈ। ਲੇਕਿਨ ਸਤਿਗੁਰ ਸਾਨੂੰ ਇਹਨਾਂ ਸਾਰਿਆਂ 'ਚੋਂ ਕੱਢ ਕੇ ਚੌਥੇ ਪਦ ਵਿੱਚ ਲੈ ਜਾਂਦਾ ਹੈ। ਗੁਰ ਪੂਰਾ ਪਾਇਆ ਬੜਭਾਗੀ, ਹਰ ਮੰਤਰ ਦਿਆ ਮਨ ਠਾਡੇ। ਤੇ ਕਹਿੰਦੇ ਫਿਰ ਬੜਭਾਗੀ ਜੀਵਾਂ ਤੋਂ ਉਹ ਗੁਰ ਮਿਲਿਆ, ਪੂਰਾ ਗੁਰ। ਫਿਰ ਕੀ ਹੋਇਆ? ਉੱਥੋਂ ਸਾਨੂੰ ਇੱਕ ਮੰਤਰ ਮਿਲਿਆ, ਹਰੀ ਨੇ ਆਪ ਆਪਣੇ ਜਨਾਂ ਦੁਆਰਾ ਫਿਰ ਮੰਤਰ ਦਿੱਤਾ, ਪੂਰਾ ਗੁਰ ਦਿੱਤਾ, ਜਿਹਦੇ ਨਾਲ ਮਨ ਟਿਕਾ ਦੇ ਵਿੱਚ ਆ ਗਿਆ। ਜਿਹੜਾ ਦਸਾਂ ਦਿਸ਼ਾਵਾਂ ਨੂੰ ਤਾਪਦਾ ਸੀ, ਕਦੇ ਸੱਜੇ ਜਾਂਦਾ ਸੀ, ਕਦੇ ਖੱਬੇ, ਕਦੇ ਸੈਂਟਰ 'ਚ ਆ ਜਾਂਦਾ, ਦਸਾਂ ਦਿਸ਼ਾਵਾਂ ਨੂੰ ਦੌੜਦਾ ਸੀ, ਕਦੇ ਉੱਪਰ ਚਲੇ ਜਾਂਦਾ, ਕਦੇ ਨੀਚੇ ਚਲੇ ਜਾਂਦਾ। ਫਿਰ ਉਹ ਟਿਕਾ ਦੇ ਵਿੱਚ ਆ ਗਿਆ, ਕਿਉਂਕਿ ਮੰਤਰ ਮਿਲਿਆ, ਗੁਰ ਮੰਤਰ ਹਰੀ ਆਪ ਜੋ ਦਿੰਦਾ ਹੈ, ਜਿਸ ਨਾਲ ਮਨ ਫਿਰ ਟਿਕਾ ਵਿੱਚ ਆਇਆ। ਗੁਰ ਪੂਰਾ ਪਾਇਆ ਬੜਭਾਗੀ, ਹਰ ਮੰਤਰ ਦਿਆ ਮਨ ਠਾਡੇ। ਵੀ ਉਹ ਮੰਤਰ ਦਿੱਤਾ ਜਿਹਦੇ ਨਾਲ ਮਨ ਟਿਕਾ ਦੇ ਵਿੱਚ ਆ ਗਿਆ, ਸ਼ਾਂਤ ਹੋ ਗਿਆ। ਹਮਰੈ ਸਤਿਗੁਰ ਮਸਤਕ ਦਾਗ ਦਗਾਨਾ, ਹਮ ਕਾਰਜ ਗੁਰੂ ਬਹੁ ਸਾਡੇ। ਵੀ ਆਪ ਸਾਡੇ ਤੇ ਕਿਰਪਾ ਕੀਤੀ, ਆਪ ਮਾਲਕ ਨੇ ਆਪਣੇ ਜਨਾਂ ਦੁਆਰਾ ਸਾਡੇ ਮਸਤਕ ਤੇ ਉਹ ਗੁਰ ਸ਼ਬਦ ਦਾ ਦਾਗ ਦਾਗਿਆ। ਦਾਗਣਾ ਹੁੰਦਾ ਹੈ ਫੈਂਕਦਾ, ਜਿਵੇਂ ਆਪਾਂ ਕਹਿੰਦੇ ਗੋਲਾ ਦਾਗ ਦਿੱਤਾ, ਇੱਦਾਂ ਗਿਆਨ ਦਾ ਗੋਲਾ, ਜਿਹੜਾ ਗੁਰ ਗਿਆਨ ਹੈ, ਇਸ ਦਾ ਗੋਲਾ ਦਾਗਦਾ ਹੈ ਮਾਲਕ ਆਪ। ਤੇ ਬਹੁਤ ਵੱਡਾ ਪਰਉਪਕਾਰ ਕਰਦਾ ਹੈ ਪ੍ਰਭੂ। ਜਿਹੜਾ ਕਰਜ਼ ਸੀ ਸਾਡੇ ਤੇ ਖਤਮ ਹੋ ਜਾਂਦਾ ਹੈ, ਜਿਹੜਾ ਮਨ ਤੱਕ ਕਰ ਚੜਿਆ ਸੀ ਖਤਮ ਹੋ ਜਾਂਦਾ ਹੈ ਜਦੋਂ ਸਾਨੂੰ ਗਿਆਨ, ਗੁਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਜਿਵੇਂ ਇੱਥੇ ਸਾਨੂੰ ਸਮਝਾਉਂਦੇ ਨੇ ਵੀ ਸਾਡੇ ਮਸਤਕ 'ਤੇ ਦਾਗ ਦਾਗਿਆ, ਜਿਹੜਾ ਸਾਡੇ ਸਿਰ ਕਰਜ਼ ਸੀ, ਲੇਖਾ ਸੀ, ਉਹ ਖਤਮ ਹੋ ਗਿਆ। ਪਰ ਉਪਕਾਰ ਪੁੰਨ ਬਹੁ ਕੀਆ, ਪੌਦ ਉੱਤਰ ਤਾਰ ਪਰਾਡੇ। ਆਪ ਆਪਣੇ ਜਨਮ ਦੁਆਰਾ ਆਪ ਪਰ ਉਪਕਾਰ ਕੀਤਾ, ਪੁੰਨ ਕੀਤਾ ਪ੍ਰਭੂ ਨੇ, ਕਿ ਸਾਨੂੰ ਇਸ ਭਵ ਸਾਗਰ ਦੇ ਵਿੱਚ ਡੁੱਬਦੇ ਨੂੰ ਆਪ ਕੱਢ ਲਿਆ, ਪਾਰ ਲਾ ਲਿਆ, ਤਾਰ ਲਿਆ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿਨ ਕੂਰੇ ਗਾਂਡਨ ਗਾਡੇ। ਪਰ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ, ਹਿਰਦੇ ਦੇ ਵਿੱਚ ਪ੍ਰੇਮ ਨਹੀਂ ਪ੍ਰਭੂ ਦੇ ਨਾਲ, ਜਿਹੜੇ ਸਿਰਫ ਮੁੱਖੋਂ ਹੀ ਗੱਲਾਂ ਕਰਦੇ ਨੇ, ਪ੍ਰੀਤ ਨਹੀਂ, ਗੁਰ ਦਾ ਗਿਆਨ ਨਹੀਂ ਲੈਂਦੇ, ਉਹ ਸਿਰਫ ਕੂੜ ਦੇ ਨਾਲ ਹੀ ਗੰਢਦੇ ਨੇ ਜੀਵਾਂ ਨੂੰ, ਸੰਸਾਰ ਨਾਲ ਜੋੜ ਦੇਣਗੇ ਇਸ ਮਨ ਨੂੰ, ਪਰਮੇਸ਼ਰ ਨਾਲ ਨਹੀਂ ਜੋੜਦੇ, ਕੂੜ ਨਾਲ ਗੰਢਦੇ ਨੇ। ਕਿਉਂਕਿ ਆਪ ਵੀ ਕੂੜ ਨਾਲ ਜੁੜੇ ਨੇ, ਆਪ ਵੀ ਉਹਨਾਂ ਨੂੰ ਪ੍ਰਭੂ ਦੇ ਨਾਲ ਪ੍ਰੀਤ ਨਹੀਂ, ਮਾਇਆ ਦੇ ਨਾਲ ਪ੍ਰੀਤ ਹੈ, ਸੰਸਾਰ ਦੇ ਨਾਲ ਪ੍ਰੀਤ ਹੈ, ਤ੍ਰੈ ਗੁਣਾਂ ਦੇ ਨਾਲ ਪ੍ਰੀਤ ਹੈ। ਅਤੇ ਉਹ ਦੂਜਿਆਂ ਨੂੰ ਵੀ ਫਿਰ ਉੱਥੇ ਜੋੜਨਗੇ ਜਿੱਥੇ ਆਪ ਜੁੜੇ ਹਨ। ਜਿਉਂ ਪਾਣੀ ਕਾਗਦ ਬਿਨ ਸਜਾਤ ਹੈ, ਤਿਉਂ ਮਨਮੁਖ ਗਰਭ ਗਲਾਡੇ। ਫਿਰ ਸਮਝਾਉਂਦੇ ਨੇ ਵੀ ਫਿਰ ਉਹ ਅਵਸਥਾ ਕਿਹੋ ਜਿਹੀ ਹੈ ਮਨਮੁੱਖਾਂ ਦੀ, ਜਿਵੇਂ ਕਾਗਜ਼ ਪਾਣੀ ਦੇ ਵਿੱਚ ਪਿਆ ਤੇ ਗਲ ਗਿਆ। ਇੱਦਾਂ ਜਿਹੜੇ ਮਨਮੁੱਖ ਨੇ ਇਸ ਮਾਇਆ ਦੇ ਵਿੱਚ ਹੀ ਗਲ ਜਾਂਦੇ, ਗਰਭ ਦੇ ਵਿੱਚ ਹੀ ਗਲ ਜਾਂਦੇ ਨੇ, ਕਿਉਂਕਿ ਮਨ ਦਾ ਗਰਭ ਇਹ ਮਾਇਆ ਹੈ, ਜਿਵੇਂ ਤਨ ਦਾ ਗਰਭ ਮਾਤਾ ਦਾ ਗਰਭ ਸੀ। ਇੱਥੇ ਮਨ ਫਿਰ ਮਾਇਆ ਦੇ ਵਿੱਚ ਹੀ, ਤ੍ਰੈ ਗੁਣਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਜਾਂਦਾ ਹੈ। ਜਿਸ ਕਾਰਜ ਵਾਸਤੇ ਆਇਆ ਉਹ ਕਾਰਜ ਪੂਰਾ ਨਹੀਂ ਕਰ ਸਕਦਾ ਜਿਹੜਾ ਮਨਮੁੱਖ ਹੈ।
ਜਿਹੜੇ ਗੁਰ ਦੇ ਨਾਲ ਗਿਆਨ ਲੈ ਕੇ ਸਨਮੁਖ ਹੁੰਦੇ ਨੇ, ਉਹ ਆਪਣਾ ਜਿਹੜਾ ਇਹ ਜੀਵਨ ਦਾ ਕਰਮ ਹੈ, ਜਿਸ ਕਾਰਜ ਵਾਸਤੇ ਆਏ, ਉਹ ਪੂਰਾ ਕਰਦੇ ਨੇ। ਜਿਹੜੇ ਬੇਮੁਖ ਹੋ ਜਾਂਦੇ ਨੇ, ਉਹ ਵੀ ਆਪਣਾ ਜਨਮ ਹਾਰ ਜਾਂਦੇ ਨੇ। ਅਤੇ ਜਿਨ੍ਹਾਂ ਨੂੰ ਗੁਰਮੁਖ ਬਣਾ ਦਿੰਦਾ ਹੈ, ਉਹ ਆਪਣਾ ਵੀ ਸਵਾਰ ਲੈਂਦੇ, ਹੋਰ ਜੀਵਾਂ ਦਾ ਵੀ ਸਵਾਰ ਦਿੰਦੇ ਨੇ। ਹਮ ਜਾਣਿਆ ਕਛੂ ਨਾ ਜਾਣਾ ਆਗੈ, ਜਿਉ ਹਰ ਰਾਖੈ ਤਿਉ ਠਾਡੇ। ਕਹਿੰਦੇ ਅਸੀਂ ਜਾਣ ਲਿਆ, ਕੀ ਜਾਣ ਲਿਆ? ਕਿ ਸਾਡੇ ਆਪਣੇ ਵੱਸ ਨਹੀਂ ਹੈ, ਕਿਉਂਕਿ ਅਸੀਂ ਅੱਗੇ ਜਾਣਦੇ ਕੁਛ ਨਹੀਂ ਹੈ। ਫਿਰ ਅਸੀਂ ਆਪਣੀ ਮੱਤ ਛੱਡੀ ਅਤੇ ਜਿਵੇਂ ਸਾਨੂੰ ਆਪ ਚਲਾਇਆ, ਜਿੱਥੇ ਆਪ ਰੱਖਿਆ ਉੱਥੇ ਜਾ ਕੇ ਅਸੀਂ ਖੜ੍ਹ ਗਏ। ਆਪ ਸਾਨੂੰ ਗਿਆਨ ਦਿੰਦਾ ਆਪਣੇ ਜਨਾਂ ਦੁਆਰਾ ਵੀ ਇਸ ਪੁਆਇੰਟ 'ਤੇ ਟਿਕੋ, ਇੱਥੇ ਆ ਕੇ ਧਿਆਨ ਲਗਾਓ, ਇੱਥੇ ਠਹਿਰੋ। ਜਦੋਂ ਅਸੀਂ ਨਹੀਂ ਜਾਣਦੇ, ਫਿਰ ਅਸੀਂ ਆਪਣੇ ਆਪ ਗਿਆਨਵਾਨ ਹੁੰਦੇ, ਫਿਰ ਅਸੀਂ ਆਪਣੀ ਮੱਤ ਨਾਲ ਚੱਲਦੇ। ਪਰ ਜਦੋਂ ਅਸੀਂ ਨਹੀਂ ਜਾਣਦੇ, ਫਿਰ ਅਸੀਂ ਭਰੋਸਾ ਕਰਕੇ ਚੱਲਦੇ। ਜਿਵੇਂ ਇੱਥੇ ਗੁਰਸਿੱਖ ਦੱਸਦੇ ਕਿ ਮੈਂ ਨਹੀਂ ਜਾਣਦਾ ਕੁਛ ਵੀ। ਜਿਵੇਂ ਹਰੀ ਨੇ ਸਾਨੂੰ ਕਿਹਾ ਵੀ ਇਸ ਪੁਆਇੰਟ 'ਤੇ ਟਿਕੋ, ਇੱਥੇ ਰੁਕੋ, ਇੱਥੇ ਖੜੋ, ਉੱਥੇ ਅਸੀਂ ਟਿਕੇ, ਉੱਥੇ ਖੜ੍ਹੇ। ਜਿਉਂ ਹਰ ਰਾਖੈ ਤਿਉ ਠਾਡੇ, ਵੀ ਉੱਥੇ ਖੜ੍ਹੇ ਜਿੱਥੇ ਉੱਥੇ ਉਹਨੇ ਸਾਨੂੰ ਰੱਖਿਆ, ਉੱਥੇ ਟਿਕੇ। ਹਮ ਭੂਲ ਚੁਖ ਗੁਰ ਕਿਰਪਾ ਤਾਰੋ, ਜਨ ਨਾਨਕ ਕੂਤਰੈ ਕਾਢੇ। ਵੀ ਅਸੀਂ ਤਾਂ ਭੁੱਲ ਚੁੱਕੇ ਹਾਂ, ਅਸੀਂ ਭੁੱਲੇ ਹਾਂ, ਅਸੀਂ ਨਹੀਂ ਕੁਛ ਵੀ ਜਾਣਦੇ। ਤੁਸੀਂ ਕਿਰਪਾ ਕਰੋ। ਕੋਈ ਜੀਵ ਤਰਿਆ ਹੈ, ਕਿਉਂਕਿ ਜਿਹੜਾ ਆਪ ਤਰਦਾ ਹੈ, ਇੱਥੇ ਆਉਂਦਾ ਹੈ ਨਾਨਕ ਕੂਤਰੇ, ਕੁਤਰਿਆ ਲਿਖਿਆ ਹੈ ਸ਼ਬਦ, ਵੀ ਕੋਈ ਤਰਿਆ, ਆਪ ਤਰਿਆ, ਉਹ ਦੂਜੇ ਨੂੰ ਕੱਢੇਗਾ। ਪਰ ਕਦੋਂ? ਜਦੋਂ ਆਪ ਕਿਰਪਾ ਕਰਦਾ ਹੈ ਮਾਲਕ, ਕਿਸੇ ਨੂੰ ਤਾਰਦਾ ਹੈ, ਸਿਖਾਉਂਦਾ ਹੈ, ਉਹਦੇ ਦੁਆਰਾ ਫਿਰ ਦੂਜਿਆਂ ਨੂੰ ਜੀਵ ਵੀ ਤਰਦੇ ਨੇ। ਜਿਵੇਂ ਪੰਚਮ ਪਾਤਸ਼ਾਹ ਜੀ ਨੇ ਸਥਾਨ ਬਣਾਇਆ ਹੈ ਤਰਨ ਤਾਰਨ ਸਾਹਿਬ, ਵੀ ਜਿਹੜੇ ਤਰ ਜਾਂਦੇ ਨੇ, ਆਪ ਤਰਨਾ ਜਾਣਦੇ ਨੇ, ਉਹ ਦੂਜਿਆਂ ਨੂੰ ਤਾਰਦੇ ਨੇ। ਤਰਨ ਤਾਰਨ। ਸੋ ਇਸ ਕਰਕੇ ਵੀ ਕੋਈ ਤਰਦਾ ਹੈ, ਉਹ ਦੂਜੇ ਨੂੰ ਕੱਢ ਲੈਂਦਾ ਹੈ। ਜਨ ਨਾਨਕ ਕੂਤਰੇ ਕਾਢੇ। हाँ, अगला शब्द है, यह भी गौड़ी पूर्वी महला चौथा, ये जो आप रोज पढ़ते हाँ सोले दी बाणी दे विच। पहला राव पंक्ति ਨੂੰ ਵਿਚਾਰਦੇ ਹਾਂ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਬਈ ਪਹਿਲਾਂ ਸਾਧੂ ਤੋਂ ਗਿਆਨ ਲੈਣਾ ਹੈ, ਸਾਧੂ ਦਾ ਸੰਗ ਕਰਨਾ ਹੈ। ਉਹ ਸਾਨੂੰ ਸਭ ਤੋਂ ਜਿਹੜਾ ਵੱਡਾ ਪੁੰਨ ਹੈ ਆਪਣਾ, ਉਹ ਸਾਨੂੰ ਦਿੰਦਾ ਹੈ, ਗੁਰ ਦਾ ਗਿਆਨ ਦਿੰਦਾ ਹੈ ਸਾਧੂ। ਕਿਉਂਕਿ ਕਲਯੁਗ ਦੇ ਵਿੱਚ ਪੁੰਨ ਹੈ ਗੋਬਿੰਦ ਦੇ ਗੁਣ ਗਾਉਣੇ। ਗੋਬਿੰਦ ਦਾ ਗੁਣ ਕੀ ਹੈ? ਕਿ ਕਿਵੇਂ ਆਪਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਡੰਡੌਤ ਕਰਨੀ ਹੈ ਮਨ ਦੁਆਰਾ। ਜਿਵੇਂ ਲੋਕ ਤਨ ਦੁਆਰਾ ਕਰਦੇ ਨੇ, ਪੈ ਪੈ ਕੇ ਕਿਸਰ ਕਿਸਰ ਕੇ ਜਾਂਦੇ ਨੇ, ਵਾਰ ਵਾਰ ਸਿਰ ਝੁਕਾਉਂਦੇ ਨੇ। ਇੱਥੇ ਡੰਡੌਤ ਕਰਨੀ ਹੈ ਮਨ ਨੇ। ਪਰ ਉਹ ਕਿਵੇਂ ਕਰਨੀ ਹੈ? ਪਹਿਲਾਂ ਸਾਧੂ ਜਨ ਸਾਨੂੰ ਦੱਸਦੇ ਨੇ। ਆਪ ਮਾਲਕ ਆਪਣੇ ਜਨਾਂ ਦੁਆਰਾ ਸਾਡੇ 'ਤੇ ਪੁੰਨ ਕਰਦਾ ਹੈ, ਦਇਆ ਕਰਦਾ। ਜਿਹੜਾ ਸਭ ਤੋਂ ਵੱਡਾ ਪੁੰਨ ਹੈ, ਉਹ ਸਾਨੂੰ ਉਹਦਾ ਸੰਗ ਬਖਸ਼ਦਾ ਹੈ, ਗਿਆਨ ਦਿੰਦਾ ਹੈ। ਫਿਰ ਅਸੀਂ ਵਾਰ ਵਾਰ ਉਹ ਡੰਡੌਤ ਕਰਦੇ ਹਾਂ, ਜਿਹੜਾ ਫਿਰ ਉਹ ਵੀ ਬਹੁਤ ਵੱਡਾ ਪੁੰਨ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਫਿਰ ਅਸੀਂ ਆਪਣੇ ਆਪ 'ਤੇ ਪਰਉਪਕਾਰ ਕਰਦੇ। ਪਹਿਲਾਂ ਸਾਧੂ ਜਨ ਸਾਡੇ 'ਤੇ ਪਰਉਪਕਾਰ ਕਰਦੇ ਨੇ, ਉਹ ਗਿਆਨ ਦਿੰਦੇ ਨੇ। ਫਿਰ ਅਸੀਂ ਖੁਦ 'ਤੇ ਬਾਰ ਬਾਰ ਜਿਹੜੀ ਡੰਡੌਤ ਕਰਨੀ ਹੈ ਮਾਲਕ 'ਤੇ, ਜਿਵੇਂ ਆਪਾਂ ਬਾਰ ਬਾਰ ਮਨ ਨੂੰ ਡੰਡੌਤ ਕਰਦੇ ਹਾਂ, ਬਾਰ ਬਾਰ ਨਿਭਦੇ ਹਾਂ। ਜਿਵੇਂ ਡੰਡਾ ਹੈ, ਬਾਰ ਬਾਰ ਨਿਭ ਕੇ ਥੱਲੇ ਆਸਣ ਲਾਉਂਦੇ ਹਾਂ।
ਉਹ ਡੰਡੌਤ ਜਦੋਂ ਅਸੀਂ ਕਰਦੇ ਹਾਂ ਬਾਰ ਬਾਰ, ਇਹ ਬਹੁਤ ਵੱਡਾ ਪੁੰਨ ਹੈ। ਕਿਸ ਵਾਸਤੇ? ਆਪਣੇ ਵਾਸਤੇ ਪਰਉਪਕਾਰ ਹੈ। ਸੰਸਾਰ ਦੇ ਵਿੱਚ ਨਿਭਣਾ ਹੀ ਵੱਡਾ ਪੁੰਨ ਹੈ। ਤੇ ਹੁਣ ਸ਼ਬਦ ਸ਼ੁਰੂ ਕਰਦੇ ਹਾਂ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਹਿੰਦੇ ਮੇਰੇ ਸਰੀਰ ਦੇ ਵਿੱਚ, ਨਗਰ ਕਿਹਾ ਹੈ ਸਰੀਰ ਤੁਹਾਨੂੰ, ਇਹਦੇ ਵਿੱਚ ਕਾਮ ਸੀ ਬਹੁਤ, ਕ੍ਰੋਧ ਸੀ, ਭਰਿਆ ਪਿਆ ਸੀ। ਪਰ ਸਾਧੂ ਜਨਾਂ ਨੂੰ ਮਿਲਿਆ, ਸਾਧੂ ਜਨਾਂ ਨੇ ਤਰੀਕਾ ਦੱਸਿਆ ਕਿਵੇਂ ਡੰਡੌਤ ਕਰਨੀ, ਮਾਲਕ ਦੇ ਚਰਨ ਚੁਰਨਾ ਹੈ। ਕਹਿੰਦੇ ਉਹਦੇ ਦੁਆਰਾ ਕੀ ਹੋਇਆ? ਇਹ ਕਾਮ ਕ੍ਰੋਧ ਦਾ ਨਾਸ ਹੋ ਗਿਆ। ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਿ ਮੰਡਲ ਮੰਡਾ ਹੈ। ਜਿਹਨੂੰ ਪੂਰਬ ਤੋਂ ਲਿਖਿਆ ਹੈ, ਆਪ ਪ੍ਰਭੂ ਕਿਰਪਾ ਕਰਦਾ ਹੈ, ਉਹ ਇੱਕ ਗੁਰ ਪ੍ਰਾਪਤ ਕਰਦਾ ਹੈ। ਖਜ਼ਾਨਾ ਗੁਰ ਦਾ ਪ੍ਰਾਪਤ ਕਰਦਾ ਹੈ। ਸਾਧੂ ਜਨਾਂ ਕੋਲ ਇਹ ਖਜ਼ਾਨਾ ਮਾਲਕ ਦਿੰਦਾ ਹੈ। ਫਿਰ ਸਾਧੂ ਜਨਾਂ ਦਾ ਸੰਗ ਕਰਕੇ ਅਸੀਂ ਆਪਣਾ ਕਾਮ ਕ੍ਰੋਧ ਨੂੰ ਨਾਸ ਕਰ ਸਕਦੇ ਹਾਂ। ਮਨ ਹਰਲਿ ਮੰਡਲ ਮੰਡਾ, ਮਨ ਜਿਹੜਾ ਹਰੀ ਦੇ ਨਾਲ ਲਿਵ ਜੋੜ ਕੇ ਆਨੰਦ ਮਾਣਦਾ ਹੈ, ਖੁਸ਼ੀ ਮਾਣਦਾ ਹੈ, ਜਿਨ੍ਹਾਂ ਨੂੰ ਪ੍ਰਭੂ ਪੁਰਬ ਤੋਂ ਲਿਖ ਕੇ ਇੱਕ ਦਿੰਦਾ ਹੈ, ਐਸੇ ਉਹਨਾਂ ਜਨਾਂ ਦਾ ਸੰਗ ਕਰਕੇ ਫਿਰ ਕਾਮ ਕ੍ਰੋਧ ਦਾ ਨਾਸ ਕਰ ਸਕਦੇ ਹਾਂ। ਹੋ ਜਾਂਦਾ ਹੈ ਜਿਵੇਂ ਇੱਥੇ ਸਾਨੂੰ ਸਮਝਾਉਂਦੇ ਨੇ ਵੀ ਇੱਦਾਂ ਸਾਡਾ ਨਾਸ ਹੋਇਆ, ਕਾਮ ਦਾ ਕ੍ਰੋਧ ਦਾ ਜਿਹੜਾ ਸਾਡੇ ਸਰੀਰ ਦੇ ਵਿੱਚ ਭਰਿਆ ਪਿਆ ਸੀ। ਸਾਕਤ ਹਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਹੜੇ ਸਾਕਤ ਨੇ, ਸਾਕਤ ਕੌਣ ਹੁੰਦੇ ਨੇ? ਜਿਹੜੇ ਆਪਣੀ ਮਤ ਨਾਲ ਚੱਲਦੇ ਨੇ, ਜਿਹੜੇ ਸਾਧੂ ਜਨਾਂ ਦੀ ਸੰਗ ਨਹੀਂ ਕਰਦੇ, ਸੰਗਤ 'ਚ ਨਹੀਂ ਜਾਂਦੇ। ਜੇ ਚਲੇ ਵੀ ਗਏ, ਸੁਣ ਕੇ ਸ਼ੰਕਾ ਕਰਦੇ ਨੇ, ਸੁਣ ਕੇ ਕਮਾਉਂਦੇ ਨਹੀਂ ਹਨ, ਪੁੰਨ ਨਹੀਂ ਕਰਦੇ। ਤੇ ਐਸੇ ਜੀਵ ਫਿਰ ਮਹਾਰਾਜ ਸਮਝਾਉਂਦੇ ਨੇ ਕਿ ਉਹਨਾਂ ਨੂੰ ਹਰੀ ਰਸ ਦਾ ਸਵਾਦ ਨਹੀਂ ਆਉਂਦਾ, ਮਾਣ ਨਹੀਂ ਸਕਦੇ, ਕਿਉਂਕਿ ਜਦ ਤੱਕ ਅੰਦਰ ਕਾਮ ਕ੍ਰੋਧ ਭਰਿਆ ਹੈ, ਉਹ ਰਸ ਨਹੀਂ ਪ੍ਰਾਪਤ ਹੋਣਾ, ਉਹ ਹੀ ਲੁੱਟ ਲੈਂਦੇ ਨੇ। ਇਹ ਜਦੋਂ ਇਹਨਾਂ ਦਾ ਨਾਸ ਹੋ ਜਾਂਦਾ, ਫਿਰ ਹਰ ਰਸ ਪ੍ਰਾਪਤ ਹੁੰਦਾ ਹੈ। ਸਾਕਤ ਇਹਨੂੰ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਵੀ ਜਿਵੇਂ ਜਿਵੇਂ ਚੱਲਦੇ ਨੇ, ਜਿਵੇਂ ਰਸਤੇ 'ਚ ਕੰਡੇ ਵਿਛੇ ਹੋਣ, ਇੱਦਾਂ ਹੀ ਹਉਮੈ, ਜਦੋਂ ਮਨ ਰਸਤੇ 'ਚ ਕੰਡਾ ਹੈ, ਜਿਵੇਂ ਕੰਡਾ ਚੁਭਦਾ ਦੁੱਖ ਪਾਉਂਦਾ ਹੈ, ਇੱਦਾਂ ਹੀ ਮਨ ਇੱਥੇ ਹਉਮੈ ਦਾ ਕੰਡਾ ਚੁਭਦਾ ਹੈ ਅਤੇ ਦੁੱਖ ਪਾਉਂਦਾ ਹੈ। ਅਤੇ ਅੰਤ ਸਮੇਂ ਜਮਾਂ ਦੇ ਬਸ ਪੈ ਜਾਂਦਾ ਹੈ। ਜਮਾਂ ਦਾ ਡੰਡਾ ਸਿਰ 'ਤੇ ਸਹਿੰਦਾ ਹੈ, ਜਮਾਂ ਦੀ ਮਾਰ ਸਹਿੰਦਾ ਹੈ, ਕਿਉਂਕਿ ਹਉਮੈ ਹੈ। ਹਉਮੈ ਕਰਕੇ ਫਿਰ ਇਸ ਨੂੰ ਵਾਰ ਵਾਰ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ। ਜਿਹੜੇ ਹਰੀ ਦੇ ਜਨ ਨੇ, ਉਹ ਹਰੀ ਦੇ ਨਾਮ ਵਿੱਚ ਸਮਾ ਜਾਂਦੇ ਨੇ, ਅਤੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ ਹੈ। ਉਹਨਾਂ ਵਾਸਤੇ ਭਵ ਸਾਗਰ, ਸੰਸਾਰ ਸਾਗਰ ਖਤਮ ਹੋ ਜਾਂਦਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਉਹ ਅਬਿਨਾਸੀ ਜਿਹੜਾ ਪੁਰਖ ਹੈ, ਪਰਮੇਸ਼ਰ ਹੈ, ਉਸ ਨੂੰ ਪਾ ਲੈਂਦੇ ਨੇ ਹਰੀ ਦੇ ਜਨ। ਉਹਨਾਂ ਦੀ ਸੰਸਾਰ ਵਿੱਚ ਵੀ ਅਤੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਵੀ, ਦੇਵ ਲੋਕ, ਸਾਰੇ ਜਿਹੜੇ ਲੋਕ ਨੇ, 14 ਲੋਕਾਂ ਦੀ ਗੱਲ ਆਉਂਦੀ ਹੈ, ਹਰ ਥਾਂ 'ਤੇ ਉਹਨਾਂ ਦੀ ਸੋਭਾ ਹੁੰਦੀ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਵੀ ਜਦੋਂ ਅਸੀਂ ਫਿਰ ਸਮਝਦੇ ਹਾਂ, ਆਪਣੇ ਆਪ ਨਾਲ ਗਿਆਨ ਛੱਡਦੇ ਹਾਂ, ਹਮ ਗਰੀਬ ਬਣਦੇ ਹਾਂ, ਮਸਕੀਨ ਬਣਦੇ ਹਾਂ, ਨਿਵਾਣੇ ਬਣਦੇ ਹਾਂ, ਅਤੇ ਉਸ ਪ੍ਰਭੂ ਨੂੰ ਆਪਾਂ ਸਮਰਪਿਤ ਕਰਦੇ ਵੀ ਤੇਰੇ ਹਾਂ, ਅਸੀਂ ਤਾਂ ਗਰੀਬ ਹਾਂ, ਸਾਡਾ ਕੁਛ ਨਹੀਂ ਆ। ਹਰ ਰਾਖ ਰਾਖ ਵੱਡ ਵੱਡਾ ਹੈ। ਫਿਰ ਉਹ ਵੱਡਾ ਮਾਲਕ ਹਰੀ ਫਿਰ ਸਾਨੂੰ ਰੱਖਦਾ ਹੈ, ਜਦ ਤੱਕ ਅਸੀਂ
ਖੁਦ ਨੂੰ ਕੁਝ ਸਮਝਦੇ ਹਾਂ, ਵੱਡਾ ਸਮਝਦੇ ਹਾਂ, ਹਉਮੈ ਦੇ ਵਿੱਚ ਹਾਂ, ਫਿਰ ਉਹ ਸਾਡੀ ਸੰਭਾਲ ਨਹੀਂ ਕਰਦਾ। ਕਿਉਂਕਿ ਹੰਕਾਰੀਆਂ ਨੂੰ ਉਹ ਕਦੇ ਵੀ ਥਾਂ ਨਹੀਂ ਦਿੰਦਾ। ਹੰਕਾਰੀਆਂ ਦੇ ਨਾਲ ਕਦੇ ਪਿਆਰ ਨਹੀਂ ਕਰਦਾ। ਕਿਹਨਾਂ ਦੇ ਨਾਲ ਪਿਆਰ ਕਰਦਾ ਹੈ? ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਤਾਣਿਆਂ ਨੂੰ ਤਾਣ ਦਿੰਦਾ ਹੈ, ਨਿਥਾਵਿਆਂ ਨੂੰ ਥਾਂ ਦਿੰਦਾ ਹੈ, ਨਿਰਧਨ ਨੂੰ ਧਨ ਦਿੰਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ। ਜਿਹੜੇ ਨਿਮਾਣੇ ਨੇ, ਜਿਹੜੇ ਨਿਥਾਵੇ ਸਮਝਦੇ ਨੇ ਆਪਣੇ ਆਪ ਨੂੰ, ਜਿਵੇਂ ਆਪ ਜੀ ਬਹੁਤ ਵਾਰੀ ਸੁਣਦੇ ਹੋਗੇ ਕਿ ਤੀਜੇ ਪਾਤਸ਼ਾਹ ਜੀ ਬਾਰੇ ਇਹ ਆਉਂਦਾ ਹੈ ਕਿ ਨਿਥਾਵਾ, ਨਿਥਾਵਾ ਕਹਿੰਦੇ ਸੀ ਕਿਉਂਕਿ ਨਿਥਾਵਿਆਂ ਨੂੰ ਹੀ ਥਾਂ ਦਿੰਦਾ ਹੈ ਮਾਲਕ, ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਫਿਰ ਆਪ ਸਾਡਾ ਰਖਵਾਲਾ ਹੋ ਜਾਂਦਾ। ਰਾਖ ਵੱਡ ਵੱਡਾ ਹੈ। ਫਿਰ ਜਿੱਥੇ ਮਰਜੀ ਜਾਈਏ ਉੱਥੇ ਸਾਡਾ ਰਖਵਾਲਾ ਹੈ, ਕਿਉਂਕਿ ਬਹੁਤ ਹਰ ਥਾਂ 'ਤੇ ਹੈ, ਸਭ ਤੋਂ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਵੀ ਹਰੀ ਦੇ ਨਾਮ ਹੀ ਸੁਖ ਪ੍ਰਾਪਤ ਹੁੰਦਾ ਹੈ, ਸਦੀਵੀ ਸੁਖ। ਤੇ ਕਦੋਂ ਹੁੰਦਾ? ਜਦੋਂ ਅਸੀਂ ਨਾਮ ਨੂੰ ਆਧਾਰ ਬਣਾ ਲੈਂਦੇ ਹਾਂ, ਜਦੋਂ ਟੇਕ ਕਿਸ ਦੀ ਰੱਖਦੇ ਹਾਂ? ਗੁਰ ਦੀ, ਨਾਮ ਦੀ, ਪਰਮੇਸ਼ਰ ਦੀ। ਫਿਰ ਸਦੀਵੀ ਸੁਖ ਸਾਨੂੰ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਹੋਰ ਰੱਖਦੇ ਹਾਂ, ਹੰਕਾਰ ਦੇ ਵਿੱਚ ਹਾਂ, ਆਪਣੇ ਆਪ ਨੂੰ ਕੁਝ ਸਮਝਦੇ ਹਾਂ, ਤੇ ਫਿਰ ਹਉਮੈ ਦੇ ਕੰਡਾ ਸਾਨੂੰ ਚੁਭਦਾ ਹੈ ਤੇ ਜਮਾਂ ਦੀ ਮਰ ਪੈਂਦੀ ਹੈ। ਸੋ ਹੁਣ ਗੁਰਮੁਖ ਪਿਆਰਿਓ, ਆਪਾਂ ਨਾਲ ਨਾਲ ਡੰਡੌਤ ਕਰੀਏ ਉਸ ਮਾਲਕ ਦੇ ਚਰਨਾਂ ਦੇ ਵਿੱਚ। ਪਹਿਲਾਂ ਸਮਝਣੀ ਹੈ, ਫਿਰ ਆਪਾਂ ਕਰਨੀ ਹੈ ਡੰਡੌਤ। ਸਭ ਤੋਂ ਵੱਡਾ ਹੈ ਇਹ ਪੁੰਨ, ਪਰਉਪਕਾਰ ਆਪਣੇ ਵਾਸਤੇ, ਨਾ ਕਿ ਕਿਸੇ ਵਾਸਤੇ। ਪਹਿਲਾਂ ਆਪਣੇ ਵਾਸਤੇ ਕਰਨਾ ਹੈ, ਪਹਿਲਾਂ ਆਪ ਮੁਕਤ ਹੋਣਾ ਹੈ, ਫਿਰ ਅਸੀਂ ਦੂਜਿਆਂ ਦੁਆਰਾ ਉਹ ਪਰਉਪਕਾਰ ਕਰ ਸਕਦੇ ਹਾਂ। ਆਓ, ਕਿਵੇਂ ਕਰਨਾ ਹੈ, ਕਿਵੇਂ ਜੁੜਨਾ ਹੈ? ਮਨ ਸਾਡਾ ਜੋ ਨੇਤਰਾਂ ਦੇ ਵਿੱਚ ਹੈ ਸਾਰਿਆਂ ਦਾ, ਕਿਉਂਕਿ ਧਿਆਨ ਨੇਤਰਾਂ 'ਚੋਂ ਚੱਲਦਾ ਹੈ, ਅਤੇ ਧਿਆਨ ਸਾਡਾ ਚੱਲਦਾ ਹੈ ਸਿੱਧਾ ਦੋ ਜੋਤਾਂ ਦੇ ਵਿੱਚ। ਅਤੇ ਆਪਾਂ ਇਸ ਨੂੰ ਪਹਿਲਾਂ ਰੋਕਣਾ ਹੈ, ਪਹਿਲਾਂ ਦੋਨਾਂ ਨੂੰ ਇਸ ਪੁਆਇੰਟ 'ਤੇ ਇੱਕ ਕਰਨਾ ਹੈ। ਇੱਥੇ ਆਪਾਂ ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ ਪਹਿਲਾਂ।